Smoking and consumption of alcohol are injurious to health. जल्दी प्रोग्राम बन जू टूर ते जान दा। मिस्टर सिंह कह रहे सी कोलकाता जाना पਊ। चलो कोई ना, जदों भी जाना होया ना मैनू एक दिन पहला दस दी, मैं कविता नू कह दूंगा वो कपड़े तैयार कर दूँ। ਤੁਸੀਂ ਕਿੰਨੇ ਲੱਕੀ ਹੋ ਸਰ, ਤੁਹਾਨੂੰ ਇੰਨੀ ਚੰਗੀ ਵਾਈਫ ਮਿਲੀ ਹੈ। हाँ मोनिका, कविता बहुत चंगी आ, मेरा बड़ा ही ख्याल रखदी आ। ਤੁਹਾਡੀ ਵਾਈਫ ਤੁਹਾਡਾ ਖਿਆਲ ਤਾਂ ਰੱਖੂਗੀ, ਤੁਸੀਂ ਵੀ ਕਿੰਨੇ ਚੰਗੇ ਹੋ। ਚੰਗੇ ਤਾਂ ਸਾਰੇ ਹੀ ਹੁੰਦੇ ਆ, ਪਰ ਲੋਕ ਫਰਕ ਪਾ ਦਿੰਦੇ ਆ। ਸੱਚ ਕਹਾਂ ਸਰ, ਮੇਰੀ ਦੀਦੀ ਤੇ ਜੀਜੂ 'ਚ ਵੀ ਬੜਾ ਪਿਆਰ ਸੀਗਾ। ਉਹਨਾਂ ਦੀ ਇੱਕ ਗਵਾਂਢਣ ਉਹਨੇ ਸ਼ੱਕ ਦਾ ਜ਼ਹਿਰ ਹੀ ਘੋਲਤਾ, ਉਹਨਾਂ ਨੇ ਹਮੇਸ਼ਾ ਲੜਦੇ ਰਹਿੰਦੇ ਆ। ਕੁਝ ਲੋਕ ਤਾਂ ਹਮੇਸ਼ਾ ਹੀ ਮੀਆਂ ਬੀਬੀ 'ਚ ਫਰਕ ਪਾਉਣ ਦੀ ਕੋਸ਼ਿਸ਼ ਕਰਦੇ ਆਗੇ, ਚਾਹੇ ਗੱਲ ਕੁਝ ਵੀ ਨਾ ਹੋਵੇ, ਫਿਰ ਵੀ ਕੋਈ ਨਾ ਕੋਈ ਗੱਲ ਬਣਾ ਕੇ ਦੱਸ ਹੀ ਦਿੰਦੇ ਆ। ਘਰ ਵਾਲਾ 10 ਦਿਨਾਂ ਬਾਅਦ ਟੂਰ ਤੇ ਚਲਾ ਜਾਂਦਾ, ਤੈਨੂੰ ਉਹਦੇ ਤੇ ਸ਼ੱਕ ਤਾਂ ਨਹੀਂ ਕੋਈ? ਸ਼ੱਕ ਕਿਉਂ ਹੋਊ ਭਲਾ, ਉਹ ਤਾਂ ਬਿਜ਼ਨਸ ਟੂਰ ਤੇ ਜਾਂਦੀ ਆ, ਨਾਲੇ ਉਹ ਇਕੱਲੇ ਥੋੜੀ ਨਾ ਹੁੰਦੇ। ਆਹੀ ਤਾਂ ਪੁੱਤ ਮੈਂ ਕਹਿ ਰਹੀ ਆ, ਜਦੋਂ ਵੀ ਉਹ ਟੂਰ ਤੇ ਜਾਂਦਾ ਔਰ ਮੋਨਕਾ ਨਾਲ ਹੀ ਹੁੰਦੀ ਆ। ਇਕੱਲੀ ਮੋਨਕਾ ਹੀ ਨਹੀਂ, ਨਾਲੇ ਉਹਨਾਂ ਨਾਲ ਹੋਰ ਵੀ ਸਟਾਫ ਦੇ ਲੋਕ ਹੁੰਦੇ ਆ। ਤੂੰ ਬਹੁਤ ਭੋਲੀ ਆ ਪੁੱਤ, ਬੰਦਿਆਂ ਦੀ ਚਲਾਕੀ ਨਹੀਂ ਜਾਣਦੀ। ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਆ, ਦਿਖਾਉਣ ਵਾਲੇ ਹੋਰ ਹੁੰਦੇ ਆ। ਪਤਾ ਨਹੀਂ ਕੀ ਬੋਲੀ ਜਾਂਦੇ ਹੋ, ਮੇਰੇ ਨਹੀਂ ਸਮਝ ਆਉਂਦੀਆਂ ਤੁਹਾਡੀਆਂ ਇਹ ਫਾਲਤੂ ਦੀਆਂ ਗੱਲਾਂ। ਹੁਣ ਤਾਂ ਤੈਨੂੰ ਮੇਰੀਆਂ ਗੱਲਾਂ ਫਾਲਤੂ ਲੱਗਦੀਆਂ ਨੇ, ਜਦੋਂ ਤੇਰੇ ਘਰ ਵਾਲਿਆਂ ਨੇ ਕੋਈ ਚੰਦ ਚੜਾਰਾ ਤੈਨੂੰ ਫੇਰ ਪਤਾ ਲੱਗੂ। ਨਹੀਂ ਨਹੀਂ, ਮੇਰਾ ਗੌਰਵ ਇਹੋ ਜਿਹਾ ਨਹੀਂ, ਉਹ ਤਾਂ ਸਿਰਫ ਮੈਨੂੰ ਹੀ ਪਿਆਰ ਕਰਦਾ। ਜਦੋਂ ਕੋਈ ਭਾਣਾ ਵਰਤ ਗਿਆ ਨਾ ਪੁੱਤ, ਫਿਰ ਤੂੰ ਮੱਥੇ ਤੇ ਹੱਥ ਮਾਰ ਮਾਰ ਕੇ ਰੋਏਂਗੀ। ਤੁਹਾਡੀਆਂ ਗੱਲਾਂ ਸੁਣ ਕੇ ਨਾ ਮੈਨੂੰ ਡਰ ਜਿਹਾ ਲੱਗਦਾ, ਪਰ ਫਿਰ ਵੀ ਮੈਂ ਇਹੀ ਕਹੂੰ, ਮੇਰਾ ਗੌਰਵ ਮੇਰੀ ਬੜੀ ਕੇਅਰ ਕਰਦਾ। ਘਰ ਜਿੰਨਾ ਮਰਜ਼ੀ ਵਸਦਾ ਰਸਦਾ ਹੋਵੇ ਵੀਰੇ, ਟੁੱਟਣ ਲੱਗੇ ਤਾਂ ਮਿੰਟ ਹੀ ਲੱਗਦਾ। ਸ਼ੱਕ ਦਾ ਯਾਰ ਬੁਰੀ ਤਰ੍ਹਾਂ ਦੁਨੀਆ ਤੇ ਫੈਲ ਰਿਹਾ, ਤੇ ਉੱਤੋਂ ਉਂਗਲਾਂ ਲਾ ਕੇ ਘਰ ਪੱਟ ਕੇ ਛੱਡਦੇ ਬਾਈ ਜੀ। ਇਹ ਤਾਂ ਬਾਈ ਉਹੀ ਗੱਲ ਹੋ ਗਈ, ਰੰਡੀ ਰੰਡ ਕੱਟ ਲੈਂਦੀ ਆ, ਪਰ ਲੋਕ ਨਹੀਂ ਕੱਟਣ ਦਿੰਦੇ। ਸੱਚ ਕਹਿਣਾ ਬਾਈ, ਅੱਜ ਕੱਲ ਜਿਹੜੇ ਵੀ ਚੈਨਲ ਤੇ ਦੇਖਦੇ ਆ, ਆਹੀ ਖਬਰਾਂ ਦੇਖਣ ਨੂੰ ਮਿਲਦੀਆਂ। ਉਹ ਤਾਂ ਹੈ ਹੀ ਜੀ, ਜੋ ਪਹਿਲਾਂ ਕੋਈ ਘਟਨਾ ਵਾਪਰ ਜਾਂਦੀ ਸੀ ਉਦੋਂ ਬਾਹਲਾ ਪਤਾ ਨਹੀਂ ਲੱਗਦਾ ਸੀ। ਉਹ ਤਾਂ ਹੈਗਾ ਹੀ ਹੈ ਬਾਈ, ਚੈਨਲ ਬਣ ਕੇ ਬਾਹਲੇ ਗੱਲ ਜੰਗਲ ਦੀ ਅੱਗ ਨੂੰ ਮਿੰਟਾਂ 'ਚ ਫੈਲ ਜਾਂਦੀ ਹੈ। ਚਾਹੇ ਕੁਝ ਵੀ ਆ, ਪਰ ਜਦੋਂ ਦੇ ਬਾਈ ਮੋਬਾਈਲ ਚੱਲੇ ਆ ਨਾ, ਤੇ ਲੋਕਾਂ ਨੂੰ ਗੱਲ ਕਰਨ ਦੀ ਪੂਰੀ ਆਜ਼ਾਦੀ ਮਿਲ ਗਈ ਆ। ਗੱਲ ਤਾਂ ਤੇਰੀ ਠੀਕ ਆ ਬਲਦੇਵ ਸਿਆ, ਯਾਦੀ ਦੇ ਚੱਕਰ 'ਚ ਨਾ ਕਈ ਘਰ ਖਰਾਬ ਹੋਈ ਜਾਂਦੇ ਆ। ਇਹ ਤਾਂ ਆਪੋ ਆਪਣੇ ਸਮਝ ਦੀ ਗੱਲ ਆ ਜੀ, ਕੋਈ ਤਾਂ ਗਲਤੀ ਕਰਦਾ ਹੈ, ਕਈ ਸ਼ੱਕ ਚ ਆਪਦਾ ਘਰ ਹੀ ਖਰਾਬ ਕਰ ਲੈਂਦਾ ਹੈ। ਉਹ ਤਾਂ ਹੈ ਹੀ ਬਾਈ ਜੀ, ਜਿਹੜਾ ਬੰਦਾ ਸ਼ੱਕ ਦੇ ਚੱਕਰ 'ਚ ਪੈ ਗਿਆ ਉਹ ਤਾਂ ਆਪਣਾ ਘਰ ਖਰਾਬ ਕਰ ਹੀ ਲੈਂਦਾ। ਗੌਰਵ, ਹੁਣ ਤੁਸੀਂ ਟੂਰ ਤੇ ਕਦੋਂ ਜਾਣਾ? ਹਾਂ ਬਸ 2-3 ਦਿਨਾਂ ਦੇ ਵਿੱਚ ਬਣ ਜੂ ਪ੍ਰੋਗਰਾਮ। ਮੋਨਕਾ ਵੀ ਨਾਲ ਹੀ ਜਾਊ? ਹਾਂ ਹਾਂ, ਉਹ ਮੇਰੀ ਪੀਏ ਆ, ਤੇ ਬਾਕੀ ਟੂਰ ਦਾ ਸਾਰਾ ਸੈਟਅਪ ਵੀ ਤਾਂ ਉਹੀ ਬਣਾਉਂਦੀ ਆਗੀ। ਪਰ ਅਚਾਨਕ ਤੂੰ ਕਿਉਂ ਪੁੱਛ ਲਿਆ ਇਹ? ਮੈਂ ਤਾਂ ਬਸ ਵੈਸੇ ਹੀ ਪੁੱਛ ਲਿਆ। ਵੈਸੇ ਤਾਂ ਨਹੀਂ ਪੁੱਛਿਆ, ਗੱਲ ਤਾਂ ਕੋਈ ਨਾ ਕੋਈ ਜ਼ਰੂਰ ਆ। ਕਿਤੇ ਆਪਣੀ ਜਿਹੜੀ ਆ ਗਮਾਂਡ ਵਾਲੀ ਆਂਟੀ ਆ ਕਿਰਨਾ, ਉਹਨੇ ਤਾਂ ਨਹੀਂ ਕੋਈ ਚੋਕ ਲਾਈ? ਨਹੀਂ ਨਹੀਂ, ਉਹਨੇ ਤਾਂ ਨਹੀਂ ਕੁਝ ਕਿਹਾ, ਮੈਂ ਤਾਂ ਵੈਸੇ ਹੀ ਪੁੱਛ ਲਿਆ। ਤੁਸੀਂ ਥੋੜੇ ਜਿਹੇ ਦਿਨਾਂ ਬਾਅਦ ਟੂਰ ਤੇ ਚਲੇ ਜਾਂਦੇ ਹੋ ਤੇ ਮੋਨਕਾ ਵੀ ਨਾਲ ਹੀ ਹੁੰਦੀ ਆ। ਫਿਰ ਇਹਦੇ ਵਿੱਚ ਗਲਤ ਵੀ ਕੀ ਆ? ਮੋਨਿਕਾ ਵੀ ਮੇਰੇ ਵਾਂਗੂ ਨੌਕਰੀ ਕਰਦੀ ਆ, ਟੂਰ ਤੇ ਉਹਨੇ ਨਾਲ ਜਾਣਾ ਹੀ ਆ। ਨਾਲੇ ਮੈਂ ਤਾਂ 100-200 ਕਿਲੋਮੀਟਰ ਹੀ ਦੂਰ ਜਾਣਾ, ਲੋਕ ਤਾਂ ਕੰਮ ਦੇ ਸਿਲਸਿਲੇ 'ਚ ਵਿਦੇਸ਼ਾਂ 'ਚ ਵੀ ਜਾਂਦੇ ਨੇ। ਲੋਕਾਂ ਤੋਂ ਮੈਂ ਕੀ ਲੈਣਾ, ਮੈਨੂੰ ਤਾਂ ਸਿਰਫ ਤੁਹਾਡੀ ਫਿਕਰ ਆ। ਮੇਰੀ ਫਿਕਰ ਆ? ਭਲਾ ਇਹ ਕੀ ਗੱਲ ਹੋਈ? ਕੀ ਗੱਲ ਹੋਈ ਮੈਨੂੰ ਨਹੀਂ ਪਤਾ, ਬਸ ਤੁਸੀਂ ਟੂਰ ਤੇ ਜਾਣਾ ਹੀ ਛੱਡ ਦਿਓ। ਮੈਂ ਨੌਕਰੀ ਹੀ ਛੱਡ ਦਿੰਨਾ, ਫਿਰ ਤਾਂ ਤੇਰੇ ਸਾਰੇ ਸ਼ੱਕ ਦੂਰ ਹੋ ਜਾਣਗੇ।
ਨੌਕਰੀ ਛੱਡਣ ਨੂੰ ਥੋੜੇ ਕਿਹਾ ਮੈਂ। ਨੌਕਰੀ ਤਾਂ ਆਪ ਹੀ ਛੁੱਟ ਜੂ ਜਦੋਂ ਮੈਂ ਕੰਮ ਕਰਨਾ ਹੀ ਬੰਦ ਕਰ ਦੂੰ। ਭੁੱਖੇ ਮਰਾਂਗੇ। ਕੀ ਕਰਾਂ ਮੈਂ, ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਉਂਦੀ। ਨਹੀਂ ਨਹੀਂ, ਮੇਰਾ ਮੂਡ ਨਹੀਂ। ਲੱਗਦਾ ਰਾਤ ਵਾਲੀ ਗੱਲ ਤੋਂ ਨਾਰਾਜ਼ ਹੋ। ਕਿਉਂ ਬੇਮਤਲਬ ਦੀਆਂ ਗੱਲਾਂ ਕਰੀ ਜਾਂਦੀਆਂ? ਬੰਦੇ ਤੇ ਸ਼ੱਕ ਕਿਸੇ ਗੱਲ ਤੇ ਕੀਤਾ ਜਾਂਦਾ ਹੁੰਦਾ, ਤੂੰ ਤਾਂ ਐਵੇਂ ਹਵਾ 'ਚ ਤੀਰ ਚਲਾਈ ਜਾਂਦੀ ਆ। ਤੁਸੀਂ ਤਾਂ ਗੱਲ ਕੁਝ ਜ਼ਿਆਦਾ ਹੀ ਦਿਲ ਤੇ ਲਾ ਲਈ, ਮੈਂ ਤਾਂ ਵੈਸੇ ਹੀ ਕਿਹਾ ਸੀ। ਇਹੋ ਜੀ ਬਿਨਾਂ ਸਿਰ ਪੈਰ ਦੀ ਗੱਲ ਵੈਸੇ ਵੀ ਕਹਿਣ ਦਾ ਕੀ ਮਤਲਬ ਆ? ਮੈਂ ਇੰਨੇ ਸਾਲਾਂ ਤੋਂ ਕੰਮ ਕਰ ਰਿਹਾ, ਅੱਜ ਤੱਕ ਮੇਰੀ ਇੱਕ ਵੀ ਕੰਪਲੇਂਟ ਨਹੀਂ। ਇਹ ਗੱਲ ਤਾਂ ਮੈਨੂੰ ਵੀ ਪਤਾ ਹੀ ਹੈ। ਸਾਰਾ ਕੁਝ ਪਤਾ ਤੈਨੂੰ, ਫਿਰ ਵੀ ਸ਼ੱਕ ਦਾ ਕੀੜਾ ਨਾ ਤੇਰੇ ਦਿਮਾਗ 'ਚੋਂ ਨਹੀਂ ਨਿਕਲਦਾ। ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਦੀ ਰਹਿੰਦੀ। ਮੈਂ ਤਾਂ ਵੈਸੇ ਹੀ ਘਰ 'ਚ ਕਲੇਸ਼ ਖੜਾ ਕਰ ਲਿਆ। ਗੌਰਵ ਤਾਂ ਵੈਸੇ ਹਮੇਸ਼ਾ ਹੀ ਮੇਰੀ ਬੜੀ ਕੇਅਰ ਕਰਦਾ। ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਹੋ। ਅੱਜ ਮੇਰੀ ਭੈਣ ਨੇ ਆਉਣਾ ਸੀ, ਤੁਸੀਂ ਸਾਰੇ ਕੰਮ ਛੱਡ ਕੇ ਉਹਨੂੰ ਲੈਣ ਆ ਗਏ। ਮੈਂ ਤੇਰੇ ਕਹਿਣ ਤੇ ਆਇਆ ਜ਼ਰੂਰ ਆ, ਪਰ ਇਹ 'ਚ ਮੇਰੀ ਮਰਜ਼ੀ ਵੀ ਸ਼ਾਮਲ ਆ। ਯਾਰ ਆਖਰ ਮੇਰੀ ਸਾਲੀ ਆ ਰਹੀ ਆ, ਉਹਦਾ ਸਵਾਗਤ ਕਰਨ ਦਾ ਤਾਂ ਮੇਰਾ ਹੱਕ ਬਣਦਾ। ਬਿਲਕੁਲ ਬਣਦਾ ਜਨਾਬ। ਮੈਂ ਕਦੋਂ ਕਹਿੰਨੀ ਆ ਨਹੀਂ ਬਣਦਾ? ਵੈਸੇ ਵੀ ਉਹ ਤੁਹਾਨੂੰ ਬਹੁਤ ਪਸੰਦ ਕਰਦੀ ਆ। ਅੱਛਾ ਜੀ, ਇਹ ਗੱਲ ਤੈਨੂੰ ਕਿਵੇਂ ਪਤਾ? ਜਦੋਂ ਤੁਸੀਂ ਮੈਨੂੰ ਸਾਡੇ ਘਰ ਵੇਖਣ ਆਏ ਸੀ ਨਾ, ਸੋਨਮ ਨੇ ਮੈਨੂੰ ਕਿਹਾ ਸੀ ਜੇਕਰ ਤੇਰੀ ਨਾ ਤਾਂ ਮੈਂ ਗੌਰਵ ਨਾਲ ਵਿਆਹ ਕਰਾ ਲੈਣੀ ਆ। ਫਿਰ ਤੂੰ ਵਿਆਹ ਕਰਾਉਣ ਤੋਂ ਮਨਾ ਕਰ ਦੇਣਾ ਸੀ, ਮੈਨੂੰ ਨਾ ਪਸੰਦ ਕਰ ਦਿੰਦੀ। ਨਾ ਪਸੰਦ ਕਿਵੇਂ ਕਰ ਦਿੰਦੀ? ਤੁਸੀਂ ਤਾਂ ਮੈਨੂੰ ਪਹਿਲੀ ਨਜ਼ਰ 'ਚ ਹੀ ਪਸੰਦ ਆ ਗਏ ਸੀ। ਜਾਣੇ ਕਿ ਜਦੋਂ ਤੋਂ ਤੂੰ ਮੈਨੂੰ ਪਹਿਲੀ ਵਾਰ ਦੇਖਿਆ ਉਦੋਂ ਤੋਂ ਹੀ ਪਿਆਰ ਕਰਦੀ ਆ। ਬਿਲਕੁਲ ਕਰਦੀ ਆ। ਕਿਉਂ, ਤੁਹਾਨੂੰ ਕੋਈ ਸ਼ੱਕ ਆ? ਸ਼ੱਕ ਨਹੀਂ, ਯਕੀਨ ਆ ਵੀ ਤੂੰ ਮੈਨੂੰ ਬੜਾ ਪਿਆਰ ਕਰਦੀ ਆ। ਲਓ ਜੀ, ਉਹ ਆ ਗਈ ਮੇਰੀ ਭੈਣ। ਜ਼ਿਆਦਾ ਇੰਤਜ਼ਾਰ ਤਾਂ ਨਹੀਂ ਕਰਨਾ ਪਿਆ ਮੇਰਾ ਤੁਹਾਨੂੰ ਜੀਜੂ? ਕੋਈ ਗੱਲ ਨਹੀਂ ਸਾਲੀ ਸਾਹਿਬਾ, ਇੰਨਾ ਕਿ ਇੰਤਜ਼ਾਰ ਤਾਂ ਚੱਲਦਾ ਹੀ ਆ। ਚਲੋ ਫਿਰ ਫਟਾਫਟ ਘਰ ਚੱਲੀਏ, ਮੈਨੂੰ ਬੜੀ ਭੁੱਖ ਲੱਗੀ ਆ। ਹਾਂ ਹਾਂ ਜ਼ਰੂਰ। ਦੇਖ ਬਲਦੇਵ ਸਿੰਘ, ਗੁਰਵਿੰਦਰ ਹੈ ਮੇਰਾ ਪੱਕਾ ਯਾਰ। ਇਹਨੇ ਮੇਰੀ ਵੋਟਾਂ 'ਚ ਠੋਕ ਕੇ ਮਦਦ ਕੀਤੀ ਹੈ ਤੇ ਤੈਨੂੰ ਪਤਾ ਵੀ ਮੈਂ ਇਹਨੂੰ ਜਵਾਬ ਨਹੀਂ ਦੇ ਸਕਦਾ। ਜੋ ਹੁਕਮ ਕਹੂਗਾ ਉਹ ਮਨਜ਼ੂਰ ਹੈ। ਇਹ ਤਾਂ ਮੈਨੂੰ ਪਤਾ ਹੀ ਆ ਬਾਈ ਜੀ, ਤਾਂ ਹੀ ਤਾਂ ਤੁਹਾਡੇ ਕੋਲੇ ਲੈ ਕੇ ਆਏ ਆ ਵੀ ਮੈਨੂੰ ਪੱਕਾ ਪਤਾ ਵੀ ਬਾਈ ਨੂੰ ਪੱਕੀ ਨੌਕਰੀ ਇੱਥੋਂ ਮਿਲੂਗੀ। ਨੌਕਰੀ ਤਾਂ ਸਮਝ ਲੈ ਲੱਗ ਗਈ ਇਹਦੀ। ਕਿੱਥੇ ਸਰਪੰਚ ਸਾਹਿਬ? ਦੇਖ ਗੁਰਵਿੰਦਰ, ਮੇਰਾ ਜਵਾਈ ਹੈ ਨਾ ਜਿਹੜਾ ਗੌਰਵ, ਉਹਦੇ ਦਫ਼ਤਰ ਦੇ ਵਿੱਚ ਮੈਂ ਪੱਕੀ ਗੱਲ ਕਰ ਲਈ ਹੈ। ਉਹ ਅੱਜ ਮੈਨੂੰ ਮਿਲਣ ਆ ਰਿਹਾ। ਜਦੋਂ ਆ ਗਿਆ ਤਾਂ ਉਹਦੇ ਨਾਲ ਹੀ ਜਾ ਕੇ ਸਾਰੀ ਗੱਲਬਾਤ ਕਰਕੇ ਸਮਝਾ ਦਈ ਉਹਨੂੰ। ਵੈਸੇ ਮੇਰੀ ਤਨਖਾਹ ਕਿੰਨੀ ਹੋਊ ਸਰਪੰਚ ਸਾਹਿਬ? ਬੇਫਿਕਰ ਰਹਿ ਜਵਾਨਾ, ਤੇਰੀ ਸੋਚ ਨਾਲ ਜ਼ਿਆਦਾ ਹੀ ਹੋਊਗੀ। ਇਸ ਗੱਲ ਦੀ ਗਰੰਟੀ ਬਾਈ ਮੈਂ ਲੈਣਾ। ਗੌਰਵ ਦਲ ਦਰਿਆ ਬੰਦਾ ਤੇ ਕਿਸੇ ਗਰੀਬ ਦਾ ਹੱਕ ਨਹੀਂ ਰੱਖਦਾ। ਯਾਰ ਹੱਕ ਰੱਖੂ ਵੀ ਕਿਉਂ? ਰੱਬ ਦਾ ਦਿੱਤਾ ਸਾਰਾ ਕੁਝ ਹੀ ਉਹਦੇ ਕੋਲੇ, ਕਿਸ ਚੀਜ਼ ਦੀ ਘਾਟ ਤਾਂ ਹੈ ਹੀ ਨਹੀਂ। ਆਪ ਤਾਂ ਗੌਰਵ ਕਿਵੇਂ ਠੀਕ ਠਾਕ ਹੈ? ਹੋਰ ਸੁਣਾ ਕਿਵੇਂ ਆਉਣੇ ਹੋਏ? ਬਾਕੀ ਉਹ ਤੁਸੀਂ ਫੋਨ ਕੀਤਾ ਸੀ ਨਾ ਜੀ ਤੇ ਦੱਸਿਆ ਸੀ ਉਹ ਨੌਕਰੀ ਬਾਰੇ। ਹਾਂ ਗੌਰਵ, ਇਹ ਹੈ ਬਲਦੇਵ ਜਿਹਦੇ ਬਾਰੇ ਮੈਂ ਤੇਰੇ ਨਾਲ ਫੋਨ ਤੇ ਗੱਲ ਕੀਤੀ ਸੀ। ਹਾਂਜੀ, ਇਹਦੀ ਨੌਕਰੀ ਠੀਕ ਆ ਡੈਡੀ ਜੀ, ਕੱਲ ਤੋਂ ਹੀ ਇਹਦੀ ਜੁਆਇਨਿੰਗ ਕਰਾ ਦਿੰਦੇ ਆ। ਨੌਕਰੀ ਪੱਕੀ ਆ ਇਹਦੀ। ਇਹਦੀ ਤਨਖਾਹ ਕਿੰਨੀ ਕੁ ਹੋਊ ਪੁੱਤ? ਸਟਾਰਟਿੰਗ 20,000 ਤੋਂ ਹੋ ਜੂ ਜੀ, ਬਾਕੀ ਇਹਦਾ ਕੰਮ ਦੇਖ ਕੇ ਹੋਰ ਵਧਾ ਦਾਂਗੇ। ਕਿਉਂ ਕਾਕਾ ਬਲਦੇਵ, ਖੁਸ਼ ਹੈ ਨਾ ਹੁਣ ਤਾਂ? ਠੀਕ ਆ ਪੁੱਤ ਗੌਰਵ, ਇਹਨੂੰ ਜਾਂਦਾ ਹੋਇਆ ਆਪਣੇ ਨਾਲ ਲੈ ਜੀ, ਨਾਲੇ ਇਹ ਕੰਮ ਸਮਝ ਲੂਗਾ।
ਹਾਂਜੀ ਜ਼ਰੂਰ ਲੈ ਜੂ। ਹਾਂ ਨਾਲੇ ਸੱਚ ਕੁੜੀ ਦਾ ਕੀ ਹਾਲ ਹੈ? ਉਹ ਡੈਡੀ ਜੀ ਉਹ ਤਾਂ ਦੋਨੇ ਜਮਾ ਠੀਕ ਸੀ। ਕਿਆ ਬਾਤ ਆ, ਅੱਜ ਤਾਂ ਤੂੰ ਆਪਦੇ ਜੀਜੂ ਨੂੰ ਖੁਸ਼ ਕਰਕੇ ਰਵੇਂਗੀ ਕਿਉਂਕਿ ਉਹਨਾਂ ਦੀ ਪਸੰਦ ਦਾ ਖਾਣਾ ਬਣਾ ਰਹੀ ਆ। ਉਹਨਾਂ ਨੂੰ ਤਾਂ ਖੁਸ਼ ਕਰਨਾ ਹੀ ਆ ਕਿਉਂਕਿ ਉਹ ਮੇਰੇ ਫੇਵਰਿਟ ਜੀਜੂ ਨੇ। ਮੈਂ ਇਹ ਗੱਲ ਉਹਨਾਂ ਨੂੰ ਦੱਸੀ ਵੀ ਸੀ ਕਿ ਤੂੰ ਉਹਨਾਂ ਨੂੰ ਬਹੁਤ ਪਸੰਦ ਕਰਦੀ ਆ। ਬਿਲਕੁਲ ਕਰਦੀ ਆ। ਮੈਂ ਤਾਂ ਤੈਨੂੰ ਕਿਹਾ ਹੀ ਸੀ ਜੇ ਤੈਨੂੰ ਗੌਰਵ ਨਹੀਂ ਪਸੰਦ ਤਾਂ ਮੈਂ ਕਰਵਾ ਲੈਂਦੀ ਆ ਵਿਆਹ ਉਹਦੇ ਨਾਲ। ਚੰਗੀ ਤਰ੍ਹਾਂ ਯਾਦ ਹੈ ਮੈਡਮ, ਇਹ ਗੱਲ ਵੀ ਮੈਂ ਉਹਨਾਂ ਨੂੰ ਦੱਸ ਚੁੱਕੀ ਆ। ਕਦੇ ਕੋਈ ਗੱਲ ਲੁਕੋਈ ਵੀ ਆ ਜੀਜੂ ਤੋਂ? ਸਾਰੀਆਂ ਗੱਲਾਂ ਦੱਸ ਦਿੰਦੇ ਹੋ। ਮੈਂ ਕਦੇ ਉਹਨਾਂ ਤੋਂ ਗੱਲ ਲੁਕੋਈ ਨਹੀਂ ਸਕਦੀ ਕਿਉਂਕਿ ਮੈਂ ਗੌਰਵ ਨੂੰ ਪਿਆਰ ਹੀ ਬਹੁਤ ਕਰਦੀ ਆ। ਕੀ ਗੱਲ ਅੱਜ ਲੇਟ ਹੋ ਗਈ? ਥੋੜਾ ਲੰਬਾ ਲੱਗ ਗਿਆ ਸੀ ਇਸ ਲਈ ਲੇਟ ਹੋ ਗਿਆ। ਹਾਂ ਮੇਰੀ ਸਾਲੀ ਸਾਹਿਬਾ ਕੀ ਬਣਾ ਰਹੀ ਆ? ਉਹਨੂੰ ਖੁਸ਼ ਕਰਨ ਲਈ ਤੁਹਾਡੀ ਪਸੰਦ ਦਾ ਖਾਣਾ ਬਣਾ ਰਹੀ ਆ। ਕਿਆ ਬਾਤ ਆ, ਫਿਰ ਤਾਂ ਮੇਰੇ ਲਈ ਬੜੀ ਮਿਹਨਤ ਹੋ ਰਹੀ ਆ। ਕਰਨੀ ਪੈਂਦੀ ਹੈ ਜੀਜੂ, ਤੁਹਾਨੂੰ ਖੁਸ਼ ਜੋ ਕਰਨਾ ਵਾ। ਮੈਨੂੰ ਖੁਸ਼ ਕਰਨ ਲਈ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ, ਮੈਂ ਤਾਂ ਤੇਰੀ ਸ਼ਕਲ ਦੇਖ ਕੇ ਹੀ ਖੁਸ਼ ਹੋ ਜਾਂਦਾ। ਅੱਛਾ ਜੀ, ਇੰਨੀ ਸੋਹਣੀ ਲੱਗਦੀ ਤੁਹਾਨੂੰ ਤੁਹਾਡੀ ਸਾਲੀ? ਇਹਦੀ ਸ਼ਕਲ ਦੇਖ ਕੇ ਖੁਸ਼ ਹੋ ਜਾਂਦੇ ਹੋ? ਸੋਹਣੀ ਤਾਂ ਮੈਂ ਹੈਗੀ ਹੋਈ ਆ ਦੀਦੀ। ਕਿਉਂ, ਠੀਕ ਕਿਹਾ ਨਾ ਜੀਜੂ? 100% ਸਹੀ ਕਿਹਾ ਸਾਲੀ ਸਾਹਿਬਾ। ਯਾਰ ਮੈਂ ਤਾਂ ਬਹੁਤ ਦੁਖੀ ਆ। 1 ਸਾਲ 'ਚ 3 ਵਾਰੀ ਕੁੜੀ ਨੂੰ ਸਮਝੌਤਾ ਕਰਕੇ ਘਰ ਤੋਰਤਾ, ਪਰ ਹੁਣ ਫੇਰ ਵੀ ਘਰੇ ਆਈ ਬੈਠੀ। ਦੱਸੋ ਮੈਂ ਕੀ ਕਰਾਂ ਮੇਰੇ ਬਾਈ? ਉਹ ਹੁਣ ਕੀ ਕਲੇਸ਼ ਪੈ ਗਿਆ? ਬਸ ਯਾਰ ਬਾਈ, ਉਹੀ ਪੁਰਾਣੀ ਗੱਲ। ਨਾ ਤਾਂ ਪ੍ਰਾਹੁਣਾ ਕਿਸੇ ਨਾਲ ਬੋਲਣ ਦਿੰਦਾ ਤੇ ਨਾ ਵਰਤਣ ਦਾ। ਉਹੀ ਸ਼ੱਕ। ਯਾਰਾ ਸ਼ੱਕ ਦੀ ਬਿਮਾਰੀ ਨੇ ਨਾ ਸਾਰੇ ਸਮਾਜ ਨੂੰ ਖੋਖਲਾ ਕਰ ਰੱਖਿਆ। ਆਉਣ ਵਾਲੇ ਦਿਨਾਂ ਵਿੱਚ ਪਤਾ ਨਹੀਂ ਹੋਊ ਕੀ ਹੋਣਾ ਕੀ ਆ ਬਈ? ਬੇੜਾ ਕਰ ਘੁੰਮਣਾ ਹੀ ਤੂਗਾ, ਕੋਈ ਘਰ ਨਹੀਂ ਵਖਣਾਗਾ। ਇਹ ਕੋਈ ਚੰਗੀ ਗੱਲ ਤਾਂ ਹੈ ਨਹੀਂ ਬਾਈ। ਅਕਸਰ ਆਪਾਂ ਇਨਸਾਨ ਆ, ਰੱਬ ਨੇ ਸਭ ਤੋਂ ਵੱਧ ਅਕਲ ਆਪਾਂ ਨੂੰ ਦਿੱਤੀ ਆ। ਇਸ ਮਸਲੇ ਦਾ ਹੱਲ ਵੀ ਕੱਢ ਲਾਂਗੇ। ਮੈਨੂੰ ਤਾਂ ਕੋਈ ਹੱਲ ਨਜ਼ਰ ਨਹੀਂ ਆਉਂਦਾ ਬਾਈ ਇਸ ਮਸਲੇ ਦਾ। ਹੱਲ ਤਾਂ ਹਰ ਮਸਲੇ ਦਾ ਹੋ ਜਾਂਦਾ ਬਾਈ ਜੀ, ਪਰ ਕੁਝ ਟਾਈਮ ਲੱਗਦਾ ਹੈ। ਬਾਈ ਮੈਂ ਇਸ ਮਸਲੇ ਤੋਂ ਬਹੁਤ ਦੁਖੀ ਹੋਇਆ ਬੈਠਾ। ਐਤਕੀ ਮੈਂ ਇਹ ਸੋਚਿਆ ਇੱਕ ਪਾਸਾ ਕਰ ਹੀ ਦੇਣਾ, ਕੁੜੀ ਘਰੇ ਬੈਠੀ ਖਾਈ ਜਾਊਗੀ। ਨਾ ਬਗੇਰ ਸਿਆ, ਮਾੜੀ ਸੋਚ ਨਹੀਂ ਰੱਖੀ ਦੀ ਹੁੰਦੀ। ਧੀਆਂ ਆਪਣੇ ਘਰ ਹੀ ਚੰਗੀਆਂ ਹੁੰਦੀਆਂ ਨੇ। ਤੇਰੀ ਗੱਲ ਬਿਲਕੁਲ ਸਹੀ ਆ ਬਲਦੇਵ ਸਿਆ। ਜੇ ਕੁੜੀ ਘਰੇ ਆ ਗਈ ਤੇ ਲੋਕੀ 100 ਗੱਲਾਂ ਕਰਨਗੇ। ਮੈਂ ਬਾਈ ਜੀ ਇਹ ਸਾਰੀਆਂ ਗੱਲਾਂ ਸਮਝਦਾ, ਪਰ ਮੇਰੇ ਤੋਂ ਮੇਰੀ ਧੀ ਦਾ ਦੁੱਖ ਦੇਖਿਆ ਨਹੀਂ ਜਾਂਦਾ। ਤੂੰ ਟਾਈਮ ਕੱਢ ਬਾਈ, ਆਪਾਂ ਪਿੰਡ ਵਾਲੇ ਸਰਪੰਚ ਨੂੰ ਲਿਆ ਕੇ ਤੇਰੇ ਜਵਾਈ ਨਾਲ ਗੱਲ ਕਰਦੇ ਆਂ। ਸੋਚ ਇਹਦੀ ਵਧੀਆ, ਮੈਨੂੰ ਲੱਗਦਾ ਸਭ ਠੀਕ ਹੋ ਜਾਊਗਾ। ਠੀਕ ਆ ਬਾਈ, ਉਹ ਐਤਵਾਰ ਨੂੰ ਘਰੇ ਆਉਂਦਾ, ਆਪਾਂ ਚੱਲ ਵੜਾਂਗੇ। ਠੀਕ ਆ, ਤੂੰ ਮੇਰੇ ਘਰੇ ਆ ਜੀ, ਮੈਂ ਸਰਪੰਚ ਨਾਲ ਗੱਲ ਕਰ ਲੂੰ, ਆਪਾਂ ਉੱਥੋਂ ਹੀ ਚੱਲਾਂਗੇ। ਹਾਂ ਬਾਈ ਠੀਕ ਆ। ਚੰਗੀ ਗੱਲ ਆ ਤੁਸੀਂ ਅੱਜ ਘਰੇ ਰਹਿ ਲਏ, ਨਹੀਂ ਤਾਂ ਅਸੀਂ ਘੁੰਮਣ ਕਿਵੇਂ ਜਾਂਦੇ? ਸਾਨੂੰ ਦੋਨਾਂ ਨੂੰ ਔਖਾ ਹੋ ਜਾਣਾ ਸੀਗਾ। ਜੀਜੂ ਮਨਾ ਕਿਵੇਂ ਕਰਦੇ? ਮੈਂ ਤਾਂ ਇਹਨਾਂ ਨੂੰ ਸਪੈਸ਼ਲ ਰਿਕੁਐਸਟ ਕੀਤੀ ਸੀ। ਬਿਲਕੁਲ ਕਵਿਤਾ, ਮੇਰੀ ਸਪੈਸ਼ਲ ਸਾਲੀ ਨੇ ਨਾ ਮੈਨੂੰ ਸਪੈਸ਼ਲੀ ਰਿਕੁਐਸਟ ਕੀਤੀ ਸੀ, ਇਸ ਲਈ ਤਾਂ ਮੈਂ ਆ ਗਿਆ। ਹੁਣ ਪੂਰਾ ਦਿਨ ਤੁਹਾਡੇ ਨਾਲ ਹੀ ਆ। ਚਲੋ ਇਹਦੇ ਕਰਕੇ ਹੀ ਸਹੀ, ਮੈਨੂੰ ਵੀ ਮੌਕਾ ਮਿਲ ਜੂ ਤੁਹਾਡੇ ਨਾਲ ਘੁੰਮਣ ਦਾ। ਕਿਉਂ ਦੀਦੀ, ਜੀਜੂ ਵੈਸੇ ਤੁਹਾਨੂੰ ਘੁਮਾਣ ਨਹੀਂ ਲੈ ਕੇ ਜਾਂਦੇ? ਲੈ ਕੇ ਤਾਂ ਜਾਂਦੇ ਆ ਉਦੋਂ, ਪਰ ਜਦੋਂ ਇਹਨਾਂ ਦਾ ਮੂਡ ਹੁੰਦਾ, ਮੇਰੇ ਕਹਿਣ ਤੇ ਨਹੀਂ। ਕਿਉਂ ਜੀ, ਠੀਕ ਕਿਹਾ ਨਾ ਮੈਂ? ਚੱਲ ਬਸ ਕਰ, ਮੇਰੀ ਸ਼ਿਕਾਇਤ ਕੁਛ ਜ਼ਿਆਦਾ ਨਹੀਂ ਹੋਗੀ। ਮੈਂ ਤੁਹਾਡੀ ਸ਼ਿਕਾਇਤ ਨਹੀਂ ਕਰ ਰਹੀ, ਮੈਂ ਸਿਰਫ ਸੋਨਮ ਦੀ ਗੱਲ ਦਾ ਜਵਾਬ ਦੇ ਰਹੀ ਹਾਂ। ਦੀਦੀ ਹੁਣ ਮੈਨੂੰ ਜਵਾਬ ਮਿਲ ਗਿਆ, ਤੁਸੀਂ ਇਸ ਟੌਪਿਕ ਨੂੰ ਇੱਥੇ ਹੀ ਬੰਦ ਕਰ ਦਿਓ। ਓਕੇ, ਚੱਲ ਐਂ ਦੱਸ ਤੇਰੀਆਂ ਹੋਰ ਛੁੱਟੀਆਂ ਕਿੰਨੀਆਂ ਬਾਕੀ ਨੇ? ਕਿਉਂ, ਮੈਨੂੰ ਭੇਜਣ ਦੀ ਕਾਹਲੀ ਹੈ ਤੁਹਾਨੂੰ ਇੱਥੋਂ? ਨਹੀਂ ਪਾਗਲ, ਮੈਂ ਤਾਂ ਇਸ ਲਈ ਇਹ ਪੁੱਛ ਰਹੀ ਸੀ। ਮੈਂ ਵੀ ਤੇਰੇ ਨਾਲ ਚੱਲੂੰਗੀ, ਮੇਰਾ ਵੀ ਡੈਡੀ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ। ਫਿਰ ਤਾਂ ਜੀਜੂ ਨੂੰ ਨਾਲੇ ਲੈ ਕੇ ਚੱਲਾਂਗੇ। ਹਾਂਜੀ, ਇਹੀ ਠੀਕ ਰਹੂ। ਕੋਈ ਨਾ ਚੱਲ ਪਵਾਂਗੇ, ਬਸ ਇੱਕ ਦਿਨ ਪਹਿਲਾਂ ਦੱਸ ਦੀ ਮੈਨੂੰ। ਠੀਕ ਆ ਜੀਜੂ, ਦੱਸ ਦਾਂਗੇ। ਚਲੋ ਫਿਰ ਆਪਾਂ ਨੂੰ ਘਰੇ ਆਉਂਦੇ ਨੂੰ ਸ਼ਾਮ ਹੋ ਜਾਣੀ ਹੈ। ਕਿਉਂ, ਕੋਈ ਕੰਮ ਸੀ? ਹਾਂਜੀ ਸਰ। ਠੀਕ ਆ, ਬੋਲੋ। ਸਰ ਮਿਸਟਰ ਸਿੰਘ ਦਾ ਫੋਨ ਆਇਆ ਸੀਗਾ, ਜਿਹੜਾ ਪਿਛਲੇ ਹਫਤੇ ਆਪਾਂ ਟੂਰ ਤੇ ਗਏ ਸੀ ਨਾ, ਉਹਦੇ ਸਾਰੇ ਬਿੱਲ ਮੰਗ ਰਿਹਾ ਸੀ। ਬਿੱਲ ਤਾਂ ਸਾਰੇ ਤੇਰੇ ਕੋਲ ਹੀ ਆ, ਰਾਮ ਸਿੰਘ ਦੇ ਹੱਥ ਭੇਜ ਦੇਣੇ ਸੀ ਉਹਨਾਂ ਦੇ ਦਫ਼ਤਰ। ਬਿੱਲ ਤਾਂ ਸਾਰੇ ਮੇਰੇ ਕੋਲ ਹੀ ਨੇ ਸਰ, ਪਰ ਰਾਮ ਸਿੰਘ ਛੁੱਟੀ ਤੇ ਆ। ਅੱਜ ਉਹਨੇ ਛੁੱਟੀ ਕਿਉਂ ਲੈ ਲਈ?
ਸਰ ਰਾਮ ਸਿੰਘ ਕਹਿ ਰਿਹਾ ਸੀ ਵੀ ਉਹਦੀ ਕੁੜੀ ਦੇ ਘਰ ਵਾਲਾ ਉਹਨੂੰ ਕੁੱਟਦਾ ਮਾਰਦਾ, ਉੱਥੇ ਪੰਚਾਇਤ ਲੈ ਕੇ ਜਾਣਾ ਸੀ। ਕਿਸੇ ਗੱਲ ਤੇ ਹੀ ਕੁੱਟਦਾ ਮਾਰਦਾ ਹੋਊਗਾ, ਬਿਨਾਂ ਗੱਲ ਤੋਂ ਕੌਣ ਕਿਸੇ ਨੂੰ ਕੁਝ ਕਹਿੰਦਾ। ਸਰ ਰਾਮ ਸਿੰਘ ਕਹਿ ਰਿਹਾ ਸੀਗਾ ਮੇਰਾ ਜਮਾਈ ਮੇਰੀ ਕੁੜੀ ਤੇ ਬੇਵਜ੍ਹਾ ਸ਼ੱਕ ਕਰਦਾ। ਸ਼ੱਕ ਬਸ ਫੇਰ ਤਾਂ ਘਰ 'ਚ ਕਲੇਸ਼ ਪੈਣਾ ਹੀ ਆ, ਕਿਉਂਕਿ ਸ਼ੱਕ ਇੱਕ ਐਸੀ ਚੀਜ਼ ਆ ਜਿਸ ਘਰ 'ਚ ਵੜ ਜੇ ਨਾ ਤਬਾਹ ਕਰਕੇ ਛੱਡਦਾ। ਯੂ ਆਰ ਰਾਈਟ ਸਰ, ਪਰ ਹੁਣ ਬਿੱਲਾਂ ਦਾ ਕੀ ਕੀਤਾ ਜਾਵੇ? ਚੱਲ ਠੀਕ ਆ, ਤੂੰ ਵੇਟ ਕਰ, ਘੰਟੇ ਕੁ ਤੱਕ ਮੈਂ ਘਰੇ ਜਾਣਾਗਾ। ਮੈਨੂੰ ਫੜਾ ਦੀ ਬਿੱਲ, ਮੈਂ ਫੜਾ ਜੂ ਜਾਂਦਾ ਹੋਇਆ ਸਿੰਘ ਸਾਹਿਬ ਦੇ ਦਫ਼ਤਰ। ਠੀਕ ਆ ਸਰ। ਸਰਪੰਚ ਸਾਹਿਬ ਜੋ ਤੁਸੀਂ ਮੇਰੇ ਲਈ ਕੀਤਾ ਮੈਂ ਜ਼ਿੰਦਗੀ ਭਰ ਤੁਹਾਡਾ ਆਸਾਨ ਨਹੀਂ ਭੁੱਲ ਸਕਦਾ। ਉਹ ਇਹਦੇ 'ਚ ਆਸਾਨ ਵਾਲੀ ਕਿਹੜੀ ਗੱਲ ਸੀ? ਇਹ ਤਾਂ ਮੇਰਾ ਫਰਜ਼ ਬਣਦਾ ਸੀ, ਨਾਲੇ ਸਰਪੰਚ ਹੋਣ ਦੇ ਨਾਤੇ ਮੇਰਾ ਸਭ ਤੋਂ ਵੱਡਾ ਫਰਜ਼ ਸੀ। ਮੇਰੀ ਤਾਂ ਧੀਆਂ ਵਰਗੀ ਹੈ। ਇਹ ਤਾਂ ਤੁਹਾਡਾ ਬੜਪਣਾ ਸਰਪੰਚ ਸਾਹਿਬ, ਅੱਜ ਕੱਲ ਦੇ ਜ਼ਮਾਨੇ ਵਿੱਚ ਕੋਈ ਆਪਣਾ ਵੀ ਇਹ ਕੰਮ ਨਹੀਂ ਕਰ ਸਕਦਾ। ਸਰਪੰਚ ਸਾਹਿਬ ਤਾਂ ਬੜੇ ਦਿਲ ਦਰਿਆ ਬੰਦੇ ਨੇ। ਇਸ ਵਾਰ ਵੀ ਪਿੰਡ ਦੇ ਲੋਕ ਇਹਨਾਂ ਦੀ ਮੰਗ ਕਰ ਰਹੇ ਨੇ। ਮੇਰੇ ਘਰ ਦੀਆਂ ਵੋਟਾਂ ਸਰਪੰਚ ਸਾਹਿਬ ਤੁਹਾਨੂੰ ਹੀ ਪੈਣੀਆਂ, ਭਾਵੇਂ ਬੇਸ਼ੱਕ ਦੀ ਲਿਖ ਕੇ ਲੈ ਲਓ। ਲਿਖ ਕੇ ਦੇਣ ਦੀ ਕੋਈ ਗੱਲ ਨਹੀਂ ਬਘੇਲਿਆ, ਬੰਦੇ ਦੀ ਸ਼ਕਲ ਦੱਸ ਦਿੰਦੀ ਹੈ ਕਿ ਸੱਚ ਬੋਲਦਾ ਕਿ ਝੂਠ ਬੋਲਦਾ। ਮੈਂ ਤਾਂ ਜੀ ਦਿਲੋਂ ਤੁਹਾਡੇ ਨਾਲ ਹਾਂ, ਜਦੋਂ ਮਰਜ਼ੀ ਜਮਾ ਕੇ ਵੇਖ ਲਓ। ਸਰਪੰਚ ਸਾਹਿਬ ਇਹ ਗੱਲ ਤਾਂ ਮੈਂ ਵੀ ਮੰਨਦਾ, ਬਘੇਲ ਸਿੰਘ ਘਰੋਂ ਗਰੀਬ ਆ ਪਰ ਦਲੀਲ ਦਾ ਬਹੁਤ ਪੱਕਾ ਜੀ। ਬਸ ਬਲਦੇਵ ਸਿੰਘ, ਆਪਾਂ ਨੂੰ ਇਹੋ ਜਿਹੇ ਸਾਥੀਆਂ ਦੀ ਲੋੜ ਹੈ। ਕੱਲ੍ਹ ਨੂੰ ਇਲੈਕਸ਼ਨ ਵੀ ਆਉਣੇ ਆ ਨਾ, ਤੇ ਜੇ ਆਪਾਂ ਕੰਮ ਨਾ ਕਰਾਂਗੇ ਤਾਂ ਫਿਰ ਦੁਬਾਰਾ ਸਰਪੰਚੀ ਕਿਵੇਂ ਆਊਗੀ? ਬੇਫਿਕਰ ਹੋ ਸਰਪੰਚ ਸਾਹਿਬ, ਹੁਣ ਤਾਂ ਮੈਂ ਵੀ ਜੋੜੂ ਬੰਦੇ ਆਪਣੀ ਪਾਰਟੀ ਲਈ। ਹਾਂ ਹਾਂ ਜ਼ਰੂਰ ਜੋੜੋ, ਪਰ ਜਿੱਥੇ ਕਿਤੇ ਵੀ ਮੇਰੀ ਲੋੜ ਪੈਂਦੀ ਹੈ ਨਾ ਉੱਥੇ ਫੋਨ ਹੀ ਕਰ ਲਓ, ਮੈਂ ਉੱਥੇ ਹਾਜ਼ਰ ਹੋ ਜਾਊਂਗਾ। ਕਹਾਣੀ ਕੋਈ ਨਹੀਂ। ਹਾਂਜੀ ਜ਼ਰੂਰ। ਕਵਿਤਾ ਕਿੱਥੇ ਆ? ਦੀਦੀ ਉਹ ਜਿਹੜੇ ਆਪਣੇ ਗਵਾਂਢਣ ਆਂਟੀ ਹੈ ਨਾ ਕਰਨਾ, ਉਹਨਾਂ ਨਾਲ ਬਾਜ਼ਾਰ ਗਏ ਆ। ਤੂੰ ਵੀ ਨਾਲ ਚਲੀ ਜਾਣਾ ਸੀ। ਤੁਸੀਂ ਅੱਜ ਬੜੀ ਜਲਦੀ ਘਰੇ ਆ ਗਏ। ਆਉਣਾ ਹੀ ਸੀ, ਇੰਨੀ ਸੋਹਣੀ ਸਾੜੀ ਘਰੇ ਡੀਕਦੀ ਸੀ। ਅੱਛਾ, ਤਾਂ ਹੀ ਦੋਵੇਂ ਹੱਸ ਰਹੇ ਸੀ। ਯਾਰ ਹੱਸਤਾ ਸੀ ਤਾਂ ਰਹੇ ਸੀ। ਮੈਂ ਤੇਰੀ ਭੈਣ ਨੂੰ ਕਿਹਾ ਵੀ ਤੈਨੂੰ ਤਿਆਰ ਹੋਣ ਲਈ 2 ਘੰਟੇ ਚਾਹੀਦੇ ਆ, ਅੱਗੇ ਪਤਾ ਕੀ ਕਹਿੰਦੀ? ਕਹਿੰਦੀ ਆਖਰ ਸਾਲੀ ਕਿਹਦੀ ਆ? ਠੀਕ ਹੀ ਤਾਂ ਕਿਹਾ ਸੋਨਮ ਨੇ, ਤੁਸੀਂ ਵੀ ਤਾਂ ਤਿਆਰ ਹੋਣ ਨੂੰ ਅੱਧਾ ਦਿਨ ਹੀ ਲਾ ਦਿੰਦੇ ਹੋ। ਮੈਨੂੰ ਲੱਗਦਾ ਤੂੰ ਵਿਆਹ ਵਾਲੀ ਗੱਲ ਭੁੱਲੀ ਨਹੀਂ, ਜਦੋਂ ਮੈਂ ਬਰਾਤ ਲੇਟ ਲੈ ਕੇ ਪਹੁੰਚਿਆ ਸੀ। ਉਹ ਵੀ ਕੋਈ ਭੁੱਲਣ ਵਾਲੀ ਗੱਲ ਹੈ ਜੀਜੂ? ਅਸੀਂ ਤਾਂ ਉਡੀਕ ਕੇ ਥੱਕ ਗਏ ਸੀ। ਤੁਸੀਂ ਕੀ ਸੋਚਿਆ ਮੈਡਮ ਵੀ ਮੈਂ ਤਿਆਰ ਹੋਣ 'ਚ ਇੰਨਾ ਟਾਈਮ ਲਾਤਾ ਸੀ? ਹੋਰ ਕੀ ਪਾਗਲ, ਉਸ ਦਿਨ ਧੁੰਦ ਸੀ ਬਹੁਤ ਜ਼ਿਆਦਾ, ਇਸ ਲਈ ਲੇਟ ਹੋ ਗਿਆ ਸੀ ਮੈਂ। ਅੱਜ ਤਾਂ ਧੁੰਦ ਬਿਲਕੁਲ ਵੀ ਨਹੀਂ। ਚਲੋ ਬਾਹਰ ਚੱਲਦੇ ਹਾਂ ਕੁਝ ਖਾਣ ਲਈ। ਹਾਂ ਹਾਂ ਜੀਜੂ, ਮਨਾ ਨਾ ਕਰਿਓ। ਓਕੇ ਡੀਅਰ, ਚਲੋ। ਚਲੋ ਜੀ। ਹਾਂ ਪੁੱਤ ਸੁਣੋ, ਜਿਆਦਾ ਟਾਈਮ ਨਾਲ ਆਇਆ ਜੇ, ਟਾਈਮ ਨਾਲ ਆ ਜਾ ਜੇ, ਮੈਂ ਇੰਤਜ਼ਾਰ ਕਰ। ਹਾਂ ਹਾਂ ਠੀਕ ਹੈ ਬੇਟਾ, ਓਕੇ ਠੀਕ ਹੈ ਠੀਕ ਹੈ ਓਕੇ। ਸਤਿ ਸ਼੍ਰੀ ਅਕਾਲ। ਆ ਬਲਦੇਵ ਕਿਵੇਂ ਆਇਆ? ਆ ਗੁਰਵਿੰਦਰ ਬੈਠੋ। ਹਾਂ ਫਿਰ ਪਹੁੰਚ ਹੀ ਗਏ ਤੁਸੀਂ? ਹਾਂਜੀ ਪਹੁੰਚ ਗਏ ਸਰਪੰਚ ਸਾਹਿਬ, ਤੁਸੀਂ ਹੁਕਮ ਕਰੋ। ਆਪਾਂ ਬਲਦੇਵ ਸਿੰਘ ਉੱਚੇ ਪਿੰਡ ਤੱਕ ਜਾ ਕੇ ਆਉਣਾ। ਉੱਚੇ ਪਿੰਡ ਸਰਪੰਚ ਸਾਹਿਬ? ਉੱਥੇ ਤਾਂ ਅੱਜ ਗਰੀਬ ਕੁੜੀਆਂ ਦੇ ਵਿਆਹ ਨੇ। ਹਾਂ ਹਾਂ ਉਸੇ ਪ੍ਰੋਗਰਾਮ 'ਚ ਤਾਂ ਜਾਣਾ ਆਪਾਂ, ਨਾਲੇ ਬਹਾਨੇ ਨਾਲ ਦਾਨ ਪੁੰਨ ਵੀ ਹੋ ਜਾਊਗਾ ਨਾ। ਬਹੁਤ ਵਧੀਆ ਸੋਚ ਆ ਸਰਪੰਚ ਸਾਹਿਬ, ਮੈਂ ਵੀ ਤੁਹਾਡੇ ਨਾਲ ਹੀ ਚੱਲੂ।
ਮੈਂ ਤਾਂ ਇਹ ਚਾਹੁੰਦਾ ਕਿ ਆਪਾਂ ਵੀ ਯਾਰ ਆਪਣੇ ਪਿੰਡ ਦੇ ਵਿੱਚ ਹਰੇਕ ਸਾਲ ਗਰੀਬ ਧੀਆਂ ਦੇ ਵਿਆਹ ਕਰਿਆ ਕਰੀਏ। ਕਿਵੇਂ ਰਹੂਗਾ? ਬਹੁਤ ਵਧੀਆ ਵਿਚਾਰ ਆ ਸਰਪੰਚ ਸਾਹਿਬ। ਆਪਾਂ ਆਪਣੇ ਪੰਚਾਂ ਤੇ ਦਾਨੀ ਸੱਜਣਾਂ ਨਾਲ ਬੈਠ ਕੇ ਮੀਟਿੰਗ ਕਰਾਂਗੇ। ਜ਼ਰੂਰ ਕਰਾਂਗੇ। ਹੁਣ ਆਪਾਂ ਲੇਟ ਹੋ ਰਹੇ ਹਾਂ, ਚੱਲੀਏ ਆਪਾਂ। ਉਹ ਚਲੋ ਵੀ, ਆਪਾਂ ਲੇਟ ਹੋ ਜਾਵਾਂਗੇ, ਜਲਦੀ ਕਰੋ। ਮੈਂ ਤਾਂ ਕਦੋਂ ਦੀ ਤਿਆਰ ਹਾਂ ਜੀ, ਉਸ ਨੂੰ ਮਿੰਟ ਵੀ ਲੇਟ ਕਰਾਈ ਜਾਂਦੀ। ਤੈਨੂੰ ਤਾਂ ਪਤਾ ਹੀ ਆ ਉਹਦੀ ਆਦਤ, ਘੰਟਾ ਪਹਿਲਾਂ ਉਠਾ ਦਿੰਦੀ ਉਹਨੂੰ। ਉੱਠ ਤੋਂ ਟਾਈਮ ਨਾਲ ਹੀ ਗਈ ਸੀ, ਫਿਰ ਫੋਨ ਤੇ ਗੇਮ ਖੇਡਣ ਲੱਗ ਗਈ, ਲੇਟ ਹੋ ਗਈ। ਬੜੀ ਪਰੇਸ਼ਾਨੀ ਆ ਯਾਰ, ਇੱਕ ਤਾਂ ਘਰ ਵਾਲੀ, ਉੱਪਰੋਂ ਇਹੋ ਜਿਹੀ ਸਾਲੀ। ਮੈਂ ਵਾਅਦਾ ਕਰਦੀ ਆ ਕਿ ਅੱਜ ਤੋਂ ਕਦੇ ਲੇਟ ਨਹੀਂ ਹੁੰਦੀ, ਦਿੱਤੇ ਹੋਏ ਟਾਈਮ ਤੋਂ ਪਹਿਲਾਂ ਹੀ ਪਹੁੰਚ ਜੂ। ਸ਼ੁਕਰ ਆ ਤੇਰੇ 'ਚ ਕੋਈ ਸੁਧਾਰ ਤਾਂ ਆਇਆ। ਚੱਲੀਏ ਮੈਡਮ ਹੁਣ। ਹਾਂਜੀ ਚਲੋ, ਡੈਡੀ ਨੂੰ ਉਡੀਕਦੇ ਹੋਣਗੇ। ਪੁੱਤ ਪ੍ਰਮਾਤਮਾ ਕਰੇ ਕਿ ਤੁਹਾਡਾ ਘਰ ਵਸਦਾ ਰਹੇ, ਨਹੀਂ ਤਾਂ ਅੱਜ ਕੱਲ੍ਹ ਹਾਲਾਤਾਂ ਨੂੰ ਦੇਖਦੇ ਹੋਏ ਤਾਂ ਮਨ ਭਰ ਆਉਂਦਾ ਵੀ ਕੀ ਹਾਲਾਤ ਚੱਲ ਰਹੇ ਆ। ਤੁਸੀਂ ਫਿਕਰ ਨਾ ਕਰੋ ਜੀ, ਸਾਡੇ 'ਚ ਕਦੇ ਫਰਕ ਨਹੀਂ ਪੈਂਦਾ। ਹਾਂ ਡੈਡੀ, ਮੈਂ ਤੇ ਗੌਰਵ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਇਹ ਗੱਲ ਤਾਂ ਦੀਦੀ ਦੀ ਜਮਾਂ ਸੱਚ ਆ ਡੈਡੀ, ਇਸ ਗੱਲ ਦੀ ਨਾ ਮੈਂ ਖੁਦ ਗਵਾਹ ਬੈਠੀ ਆ। ਤੁਹਾਡਾ ਮੀਆਂ ਬੀਬੀ ਦਾ ਰੱਬ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ, ਕਿਉਂਕਿ ਜਦੋਂ ਘਰ ਟੁੱਟਦੇ ਆ ਨਾ ਤਾਂ ਫੇਰ ਮੀਆਂ ਬੀਬੀ 'ਚ ਫਰਕ ਐਸੇ ਪੈ ਜਾਂਦੇ ਆ ਕਿ ਦੂਰੀਆਂ ਹੀ ਵੱਧਦੀਆਂ ਤੁਰੀਆਂ ਜਾਂਦੀਆਂ। ਬੇਫਿਕਰ ਰਹੋ ਡੈਡੀ, ਮੈਂ ਸਾਡੇ ਵਿੱਚ ਕਦੇ ਵੀ ਫਰਕ ਨਹੀਂ ਪੈਣ ਦੇਵਾਂਗੀ, ਤੇ ਨਾਲੇ ਮੈਂ ਤੁਹਾਡਾ ਸਿਰ ਕਦੇ ਵੀ ਝੁਕਣ ਨਹੀਂ ਦੇਵਾਂਗੀ। ਫਰਕ ਪੈਂਦਾ ਨਹੀਂ ਹੁੰਦਾ ਪੁੱਤ, ਲੋਕ ਗਲਤ ਗੱਲਾਂ ਕਰ ਕਰਕੇ ਦਿਮਾਗ ਵਿੱਚ ਭਰ ਦਿੰਦੇ ਐਸੀਆਂ ਗੱਲਾਂ ਤੇ ਫਰਕ ਪਾ ਦਿੰਦੇ ਆ। ਪਰ ਬੇਟਾ ਮੈਂ ਤੁਹਾਨੂੰ ਕਹਿਣਾ, ਤੁਸੀਂ ਨਾ ਕਦੇ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਜੇ। ਇਕੱਲੇ ਘਰ ਹੀ ਨਹੀਂ ਖਰਾਬ ਹੁੰਦੇ, ਜ਼ਿੰਦਗੀਆਂ ਵੀ ਬਰਬਾਦ ਹੋ ਜਾਂਦੀਆਂ, ਮੈਂ ਦੇਖਿਆ। ਡੈਡੀ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ, ਮੈਂ ਗੌਰਵ ਤੇ ਕਦੇ ਵੀ ਸ਼ੱਕ ਨਹੀਂ ਕਰਦੀ। ਵੈਰੀ ਗੁੱਡ ਮੈਸੇਜ ਦੀਦੀ, ਤੁਸੀਂ ਹਮੇਸ਼ਾ ਹੱਸਦੇ ਰਹੋਗੇ। ਪੁੱਤ ਧੀਆਂ ਤਾਂ ਸਹੁਰੇ ਘਰ ਵਸਦੀਆਂ ਚੰਗੀਆਂ ਲੱਗਦੀਆਂ, ਤੇ ਧੀਆਂ ਦਾ ਅਸਲੀ ਘਰ ਵੀ ਸਹੁਰਾ ਘਰ ਹੀ ਹੁੰਦਾ। ਤਾਂ ਇਸੇ ਵਿੱਚ ਤੇਰੇ ਬਾਪ ਦਾ ਸਿਰ ਵੀ ਉੱਚਾ ਹੈ। ਮੈਨੂੰ ਪੂਰਾ ਯਕੀਨ ਆ ਮੇਰੇ ਦੀ ਤੇ ਜੀਜੂ ਤੇ, ਇਹ ਕਦੇ ਮਿਸਗਾਈਡ ਨਹੀਂ ਹੋਣਗੇ। ਬਿਲਕੁਲ ਵੀ ਨਹੀਂ ਹੁੰਦੇ ਡੈਡੀ, ਕਿਉਂ ਜੀ? ਮੈਂ ਠੀਕ ਕਿਹਾ ਨਾ? ਬਿਲਕੁਲ ਠੀਕ ਕਿਹਾ ਮੇਰੀ ਹੋਮ ਮਿਨਿਸਟਰ। ਅੱਜ ਗੌਰਵ ਦੇ ਘਰ ਆਉਂਦੇ ਹੀ ਮੈਂ ਉਸ ਤੋਂ ਮਾਫੀ ਮੰਗ ਲੈਣੀ ਆ, ਫਿਰ ਸਭ ਕੁਝ ਪਹਿਲਾਂ ਵਾਂਗੂ ਠੀਕ ਹੋ ਜੂ। ਮੈਂ ਤਾਂ ਸੋਚਿਆ ਸੀਗਾ ਮੇਰੇ ਆਉਂਦੇ ਨੂੰ ਤੂੰ ਘਰ ਛੱਡ ਕੇ ਜਾ ਚੁੱਕੀ ਹੋਏਂਗੀ, ਪਰ ਤੂੰ ਤਾਂ ਪਤਾ ਕਿਉਂ ਨਹੀਂ ਗਈ? ਮੈਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ। ਤੁਸੀਂ ਕੋਈ ਗਲਤੀ ਕੀਤੀ ਹੋਈ ਨਹੀਂ, ਮੇਰਾ ਸ਼ੱਕ ਹੀ ਤੁਹਾਨੂੰ ਗੁਨਾਹਗਾਰ ਬਣਾ ਰਿਹਾ। ਚੱਲ ਚੰਗੀ ਗੱਲ ਆ, ਟਾਈਮ ਰਹਿੰਦੀ ਤੇਰੀਆਂ ਅੱਖਾਂ ਖੁੱਲ ਗਈਆਂ, ਨਹੀਂ ਤਾਂ ਆਪਣਾ ਘਰ ਉੱਜੜ ਜਾਣਾ ਸੀ। ਨਾ ਜੀ, ਇਹੋ ਜੀ ਗੱਲ ਨਾ ਮੂੰਹੋਂ ਕੱਢੋ, ਸੋਚ ਕੇ ਹੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਮੈਂ ਕਸਮ ਖਾਂਦੀ ਆ, ਅੱਜ ਤੋਂ ਬਾਅਦ ਕਦੇ ਵੀ ਤੁਹਾਡੇ ਤੇ ਸ਼ੱਕ ਨਹੀਂ ਕਰਾਂਗੀ। ਮੈਂ ਤੇਰੇ ਨਾਲ ਵਾਅਦਾ ਕਰਦਾ ਕਵਿਤਾ, ਜਿਹੜਾ ਤੇਰਾ ਯਕੀਨ ਮੇਰੇ ਤੇ ਬਣਿਆ ਨਾ, ਮੈਂ ਉਹਨੂੰ ਕਦੇ ਵੀ ਨਹੀਂ ਤੋੜਦਾ। ਮੈਂ ਆਪਣੇ ਵਰਗੀਆਂ ਭੈਣਾਂ ਨੂੰ ਇਹੀ ਕਹੂੰਗੀ ਵੀ ਕਿਸੇ ਦੇ ਕਹਿਣੇ 'ਚ ਆ ਕੇ ਨਾ ਆਪਣੇ ਜੀਵਨ ਸਾਥੀ ਤੇ ਕਦੇ ਵੀ ਸ਼ੱਕ ਨਾ ਕਰੋ, ਕਿਉਂਕਿ ਸ਼ੱਕ ਇੱਕ ਜ਼ਹਿਰ ਆ, ਜਿਹਦੀ ਵੀ ਜ਼ਿੰਦਗੀ 'ਚ ਘੁਲ ਜੇ ਨਾ ਉਹਨੂੰ ਜਬਾ ਤਬਾਹ ਕਰ ਦਿੰਦਾ। ਕਵਿਤਾ, ਅੱਜ ਤੇਰੀ ਸਮਝਦਾਰੀ ਦੇਖ ਕੇ ਮੈਨੂੰ ਨਾ ਤੇਰਾ ਪਤੀ ਹੋਣ ਤੇ ਮਾਣ ਮਹਿਸੂਸ ਹੋ ਰਿਹਾ। ਸੱਚ ਕਹਿ ਰਹੇ ਹੋ ਜੀ? ਮੈਂ ਜੋ ਵੀ ਕਹਿ ਰਿਹਾ ਬਿਲਕੁਲ ਸੱਚੇ ਦਿਲੋਂ ਕਹਿ ਰਿਹਾ। ਤੇ ਦੋਸਤੋ, ਤੁਸੀਂ ਵੀ ਇਹ ਸ਼ੱਕ ਨਾਂ ਦੀ ਬਿਮਾਰੀ ਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਦੂਰ ਰੱਖੋ, ਕਿਉਂਕਿ ਸ਼ੱਕ ਇੱਕ ਜ਼ਹਿਰ ਆ ਜਿਹੜਾ ਜ਼ਿੰਦਗੀ ਬਰਬਾਦ ਕਰ ਦਿੰਦਾ।